श्री वाहिगुरु साहिब जी को जो तो प्रेम खिलन का चाओ, सिर धर तली गली मेरी आओ। इत मार्ग पैर तरीजै, सिर दीजै कान ना कीजै। अंदर सच्चा ने लाया प्रीतम अपने, तन मन होए निहाल। जा गुर देखा सामने, तन मन होए निहाल। जा गुर देखा सामने, सतनाम श्री वाहिगुरु साहिब जी को। सोरठ महला पंजवा। आगै सुख मेरे मिता, पाशे आनंद प्राप्त कीता। आगै सुख मेरे मीता, पाशे आनंद प्राप्त कीता। परमेश्वर बनत बनाई, फिर डोलत कतहु नाही। साचे साहिब स्यों मन मानिया, हर सर्ब निरंतर जानिया। और रहाओ सब जी तेरे दयाला, अपने भगत करे प्रतिपाला। अचरज तेरी वडियाई, नित नानक नाम ध्याई। सब जी तेरे दयाला, अपने भगत करे प्रतिपाला। अचरज तेरी वडियाई, नित नानक
ਨਾਮ ਧਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬੇ ਕਮਾਲ, ਵਾਲੀਏ ਕੁਲ ਆਲਮ, ਰਹਿਬਰ ਏ ਕਾਇਨਾਤ। ਦਸਾਂ ਪਾਤਸ਼ਾਹਾਂ ਦੀ ਜੋਤ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤ ਸੰਗੀ ਪਿਆਰਿਓ, ਸਤਿਗੁਰ ਜੀ ਦੀ ਅਪਾਰ ਮਿਹਰਾਮਤ ਦੇ ਸਦਕਾ ਅੰਮ੍ਰਿਤ ਵੇਲੇ ਸਤਿਗੁਰ ਜੀ ਦੇ ਘਰ ਦੀਆਂ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰ ਨੇ ਤਰਸ ਕੀਤਾ ਕਿ ਜਿੱਥੇ ਇਲਾਹੀ ਬਾਣੀ ਦੇ ਕੀਰਤਨ ਦੇ ਨਾਲ ਮਾਲਕ ਨੇ ਸਾਨੂੰ ਜੋੜਿਆ, ਉੱਥੇ ਹੀ ਜੋ ਲਗਾਤਾਰ ਸਤਿਗੁਰ ਜੀ ਦੇ ਘਰ ਦੇ ਸ਼ਬਦ ਦੀ ਵਿਚਾਰ ਆਪਾਂ ਕਰਦੇ ਹਾਂ, ਉਸ ਵਿਚਾਰ ਨੂੰ ਸਰਵਣ ਕਰਨ ਦਾ ਵੀ ਸਤਿਗੁਰ ਜੀ ਨੇ ਸੁਭਾਗ ਸਮਾਂ ਬਖਸ਼ਿਆ ਆ। ਜਿੱਥੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਾਂਗੇ, ਉੱਥੇ ਹੀ ਨਾਲ ਦੀ ਨਾਲ ਜੋ ਇਤਿਹਾਸਿਕ ਦਿਹਾੜੇ ਚੱਲ ਰਹੇ ਨੇ, ਜਿਨ੍ਹਾਂ ਨੂੰ ਅਸੀਂ ਸ਼ਹੀਦੀ ਹਫ਼ਤਾ ਕਰਕੇ ਚੇਤੇ ਕਰਦੇ ਹਾਂ, ਉਸ ਸ਼ਹੀਦੀ ਹਫ਼ਤੇ ਦੇ ਵਿੱਚ ਅੱਜ ਦਾ ਦਿਨ ਕੀ ਹੈ? ਅੱਜ ਦੇ ਦਿਨ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪਰਿਵਾਰ ਕਿੱਥੇ ਹੈ ਤੇ ਆਪਣੇ ਪਿੰਡੇ ਤੇ ਕੀ ਹੰਢਾਰਿਆ ਆ, ਉਹਦੇ ਵਿਚਾਰ ਵੀ ਕਰਾਂਗੇ। ਆਓ ਇੱਕ ਵਾਰੀ ਫਤਿਹ ਸਾਂਝੀ ਕਰੀਏ, ਸਤਿਗੁਰ ਜੀ ਦੇ ਚਰਨਾਂ 'ਚ ਲਵਾਈਏ ਹਾਜ਼ਰੀ। ਪਿਆਰ ਤੇ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮੁਖ ਤੋਂ ਉਚਾਰਨ ਕੀਤਾ ਹੋਇਆ ਅੱਜ ਦਾ ਇਹ ਸ਼ਬਦ ਹੈ। ਸੋਠ ਰਾਗ ਦੇ ਅੰਦਰ ਸੁਭਾਏਮਾਨ ਤੇ 629 ਅੰਗ ਦੇ ਉੱਤੇ ਦਰਜ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਕਿ ਉਨਾ ਟਾਈਮ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨਹੀਂ ਜਾਣਿਆ ਜਾ ਸਕਦਾ। ਉਹ ਵਾਹਿਗੁਰੂ ਜਿਹੜਾ ਸਾਰਿਆਂ ਦੇ ਵਿੱਚ ਨਿਰੰਤਰ ਸੁਭਾਏਮਾਨ ਹੈ, ਜੋ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਆ, ਜਿਹਦੇ ਲਈ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਕਿ ਉਹ ਅਕਾਲ ਪੁਰਖ ਵਾਹਿਗੁਰੂ ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਿਹੋ ਪੁਕਾਰ। ਜਾਂ ਸ਼ਬਦ ਪੜ੍ਹਦੇ ਹਾਂ ਕਿ ਸਹਿਸ ਤਬ ਨੈਣ ਨਨ ਨੈਣ ਹੈ ਤੋਏ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਬ ਗੰਧ ਇਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਜੋ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੇ ਅੰਦਰ ਸੁਭਾਏਮਾਨ ਹੈ, ਸਾਰਿਆਂ ਦੇ ਅੰਦਰ ਵਸਿਆ ਹੋਇਆ ਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ, ਜਦੋਂ ਐਸੇ ਗੁਰੂ ਨੂੰ ਮਿਲਣਾ ਹੈ ਨਾ ਜੀ, ਐਸੇ ਰੱਬ ਨੂੰ ਮਿਲਣਾ ਆ, ਤੇ ਉਹਦੇ ਲਈ ਬਹੁਤ ਜ਼ਰੂਰੀ ਹੈ ਸਾਡੇ ਮਨ ਦਾ ਟਿਕਾਅ। ਜੇ ਮਨ ਦਾ ਟਿਕਾਅ ਨਹੀਂ ਹੋਏਗਾ, ਮਨ ਇਕਾਗਰਤਾ ਦੇ ਵਿੱਚ ਨਹੀਂ ਆਏਗਾ, ਮਨ ਸੱਚ ਨਾਲ ਨਹੀਂ ਜੁੜੇਗਾ, ਤੇ ਯਾਦ ਰੱਖਿਓ, ਜੇ ਮਨ ਸੱਚ ਨਾਲ ਨਹੀਂ ਜੁੜਿਆ, ਸੱਚ ਦੇ ਰਾਹ ਤੇ ਨਹੀਂ ਤੁਰਿਆ, ਜੇ ਮਨ ਕੋਲ ਗਿਆਨ ਨਾ ਹੋਇਆ, ਤੇ ਕਦੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਡੀ ਇੱਕ ਮਿਕਤਾ ਨਹੀਂ ਹੋ ਸਕਦੀ। ਸਤਿਗੁਰ ਜੀ ਦੇ ਘਰ ਦਾ ਸ਼ਬਦ ਪੜ੍ਹਿਓ, ਮਾਲਕ ਜੀ ਆਖਦੇ ਆ ਕਿ ਕੁੰਭੇ ਬੱਦਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਦਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾ ਗਿਆਨ ਨਹੀਂ ਹੋਏਗਾ, ਤੇ ਜਿੰਨਾ ਟਾਈਮ ਗਿਆਨ ਨਹੀਂ ਆਏਗਾ, ਉਨਾ ਟਾਈਮ ਇਹ ਭਟਕ ਰਿਹਾ ਮਨ ਕਦੇ ਵੀ ਇੱਕ ਥਾਂ ਦੇ ਉੱਤੇ ਟਿਕੇਗਾ ਨਹੀਂ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਆਖਦੇ ਆ
कि साचे साहिब स्यों मन मानिया। मेरा मन उस अकाल पुरख वाहिगुरू दे लई मन चुकाया। मेरा मन अकाल पुरख वाहिगुरू दे नाल एकमिक हो गया आ। किहड़े अकाल पुरख वाहिगुरू नाल? सतगुर कहने उस अकाल पुरख वाहिगुरू नाल जिन्हां ने अकाल पुरख वाहिगुरू दी जोत घट घट दे विच महसूस कर ली। सतगुर कहने हर सरब निरंतर जानिया। जिन्हां नूं समझ आ गई कि अवल अल्लाह नूर उपाया, कुदरत के सब बंदे एक नूर ते सब जग उपजिया, कौन भले को मंदे। जिन्हां नूं समझ आ गई कि एक पिता एक सके हम बारिक, तू मेरा गुरहाई। जिन्हां नूं समझ आ गई कि अकाल पुरख वाहिगुरू सब दे अंदर विराजमान है, सब दे अंदर समाया होया आ। ते सतगुर कहने जिद्दण उन्हां नूं इह समझ आ गई ते ओह हर एक शरीर विच, हर एक जी दे विच उस अकाल पुरख वाहिगुरू नूं देखणगे। ते जिन्हों बाबे बुल्ले ने बड़ा सोहना लिखिया कि बुल्लिया रब ते तो वख नहीं पर तेरी देखण वाली अख ने। मंदर मसीती भज भज बड़िया, अपने अंदर बड़िया ही नहीं। बेद कतेब बथेरे पढ़ ले, कदे अपने आप नूं पढ़िया ही नहीं। जदों अपने आप नूं पढ़ लिया तो याद रखियो उदों अपने अंदर बैठा अकाल पुरख वाहिगुरू नजर आएगा। तो इन्हां अखां नाल मैं जिधर भी निगाह मारांगा भाई कन्हैये वर्गी बिरती बनेगी। मैनूं सारियां दे विच उस अकाल पुरख वाहिगुरू दे दीदार होणगे। सतगुर रहाऊ दी पंक्ति च इह सानूं समझाउंदे आ। मालक ने किरपा कीती ते पहले बंद दे अंदर मालक ने कि आगा सुख मेरे मीता, पाशे आनंद प्रभ कीता। जदों गुरु नाल जुड़ गए ना जी, तो सतगुर की करते हैं कि यह लोक सुखीगे पर लोक सुखेले। गुरु मालक जी जीवन दे विच आनंद ही आनंद दिंदे ने, सुख ही सुख दिंदे ने। ते गुरु नाल जुड़े होया मनुख कदे भी ढैंदी कला च नहीं आउंदा। गुरु नाल जुड़िया होया मनुख कदे ये नहीं आखदा कि मेरे जीवन च दुख आया। वो एक ही गल आखदा कि आपे हर एक रंग है, आपे बहुरंगी जोत सुभावे नानका, साई गल चंगी। वो आखेगा कि जे सुख देता तुझे अराधी, दुख भी तुझे धियाई। जे भुख देता इत ही राजा, दुख विच सुख मनाई। कहते हैं दुख भूख सदमार, ए पे दात तेरी दातार। वो कदे भी परमात्मा नूं उलांभा नहीं देणगे, हमेशा ही शुक्र करनगे। छे पो दी रात अकाल पुरख दा रूप धन गुरु कलगीधर पातशाह आनंदपुर साहिब दे किले नूं छड्डदे आ। सत पो दी सवेर अमृत वेला सरसा दे कंढे हुंदा आ, जिथे मेरे मालक जी बैठ के उस अकाल पुरख वाहिगुरू दी उस्तत करते हैं। कई बार मन करता कि गुरु नूं सवाल तां पुछीए कि सतगुर जी को सरसा दे कंढे पता आ कि पिछे 10 लाख का मुलखईया पिया आ, फौज तुहाडे पुत्रा दे खून दी प्यासी है, थोड़े खून दी प्यासी है। सरसा दे कंढे बैठ के नितनेम करना किन्ना कुछ जरूरी सी। ते गुरु मालक सानू जवाब देणगे संगत जी कि सरसा दे कंढे बैठ के मैं नितनेम तां कीता, सरसा दे कंढे बैठ के उस अकाल पुरख वाहिगुरू दी बाणी तां पढ़ी ताकि मैं अपने सिख नूं दस सकां कि जीवन दे विच जिड्डा मर्जी दुख आ जावे पर पुत्तर याद रखी कदे नितनेम करना ना छड्ड दे। कदे भी पुत्र गुरबाणी दा आसरा ना छड्डी, क्योंकि जे साडे कोल इबादत होएगी तां शहादत होएगी। इबादत तो बिना कदे भी शहादत नहीं हो सकती। गुरु मालिक ने सानू दस दिता कि दुख आवे सुख आवे, जिड्डी मर्जी मुसीबत जीवन दे विच आ जावे, पर पुत्र बाणी दा पल्ला ना छड्डी। जदों बाणी दा पल्ला नहीं छड्डेगा उदों हर एक मुश्किल भी तेरे सामने गोडे टेक जाएगी। सतगुर ने सतपो दी अमृत वेले इत्थे नितनेम कीता जी। आप संगत नूं पता है
कि परिवार के 3 हिस्से होंदे आ। एक हिस्सा चमकौर साहब की गढ़ी नूं वड्डे साहिबजादे नाल धन श्री गुरु कलगीधर पातशाह, कुछ को सिख मातावां भाई मनी सिंह जी ते होर कुछ को सिख दिल्ली वाल नूं अपना कूच करते हैं। छोटे साहिबजादे ते धन मात गुजर कौर जी, कई विद्वानां दा इह मनना कि इन्हां ने रात नूं पानी का वहाव तेज होने करके सरसा नूं पार करना सही नहीं समझिया। वो कि बुढ़ेपा भी कमजोरी की निशानी है ते बचपन भी शरीर करके कमजोर है। इन्हां ने यह फैसला किया आपां कंढे कंढे जावांगे, जिथे कोई राह मिलिया, जिथे कोई टिकाणा मिलिया तो फिर आपां सरसा नूं पार कर लांगे। 3 परिवार के टोटे कुछ को सिख सरसा की भेट चढ़ जाते आ। सरसा का पानी रोड़ ले जाता है। संगत जी 7 पोह का जिहड़ा दिन सारा ही सफ़र कढ़िया ते 7 पोह की रात कुम्मे मासकी के घरे कढ़ी माता गुजर कौर ते छोटे साहिबजादियां ने। इत्थे जो भी कुछ प्रशादा पानी कुम्मे मासकी ने माता लक्ष्मी ने तैयार किया ते साहिबजादे ते माता गुजर कौर ने छकिया। पर इत्थे छोटी जी गल होर सुनियो जी ध्यान नाल। कुम्मे मासकी कोल छन है, झोपड़ी है कान्हिया दी, पर उहदे कोल दिल बहुत वड्डा है, उन्हें सेवा की है। जदों मन करके सेवा करोगे, तन करके सेवा करोगे तो वह सेवा ऐसी प्रवान होएगी जिन्हों लोग आखदे सी ये कुम्मे मासकी दी शान है, एक कान्हिया दा इहदी झोपड़ी बनी हुई है। ते याद रखियो अज उसे कुम्मे मासकी दी शान नो दुनिया दूर दुरेडे तो आके मत्था टेकण आउंदी है। क्यों? एक तां इत्थे बाबिया दे चरण पै गए, दूजी गल कुम्मे मासकी दी सेवा नू लोग नमस्कार करदे आ कि धन है कुम्मा मासकी, तू साहिबजादियां दी अते माता गुजर कौर दी सेवा कीती है। 7 पोह दी रात इत्थे कटदे आ जी। सवेरे गंगू मिलता तो गंगू अपने घर लेके जाता है। 8 पोह की रात गंगू के घरे है जी। संगत जी जदों असी दूना सिंह हंडूरीए का लिखिया होया ग्रंथ गुरु के सुतन पढ़ांगे ना जी, तो दूना सिंह हंडूरीआ लिखता है कि जिहड़ा भोजन साहिबजादियां नूं माता गुजर कौर नूं छकण वास्ते गंगू दिंदा है, तो माता गुजर कौर एक शब्द वरतदी है कि गंगू पुत इदां दा भोजन तां साडे घर दे कुत्ते ते कां भी नहीं खाणगे। इत्थों ये प्रतीक हुंदा आ कि जिहड़ा भोजन गंगू परोस के साहिबजादियां दे अगे रख रहा है वो भोजन खाण दे लायक नहीं है, वो भोजन चंगा नहीं है। तो मैं कई बारी सोचदा हुंदा है कि धन है सिख कौम, इत्थे 1 हफ्ता साहिबजादियां नूं छकण वास्ते प्रशादा नहीं मिलता। वाह सिख कौम, तेरे अगे सिर झुकदा आ। इन्हां दिनां च तेरे बाबियां नूं तेरे साहिबजादियां नूं माता गुजर कौर नूं छकण वास्ते प्रशादा नहीं मिलता, पर तू अज उन्हां नूं याद कर करके थां थां ते लंगर ला के बैठा आ कि बेशक तुसी उदों बाबियां नूं प्रशादा नहीं दिता, पर सिख कौम बहुत वड्डे दिल वाली है। जे तुसी बाबियां नूं मत्था टेकण वास्ते आयो ते आओ पहला प्रशादा जरूर छक के जाओ। थां थां ते लंगर लगे हुए हैं। 8 पोह की रात गंगू दे घरे जी लालच बस विच आके आप संगत नूं पता है कि मोहरा चुकदा आ। 9 पोह नूं जाके सवेरे उठ के कोतवाली जाके ये शिकायत लाउंदा आ। शिकायत ला के जदों उधरों जानी खां ते मानी खां आउंदे आ ते माता गुजर कौर नूं ते साहिबजादियां नूं गिरफ्तार करके लेके जाते हैं। संगत जी फिर मैं आप जी के चरणों च ये बेनती करांगा कि तुसी पढ़ियो जरूर एक बारी कथा गुरु के सुतन। दूना सिंह हंडूरीआ राइटर है जी, ते दूना सिंह हंडूरीआ वो बंदा जिहड़ा गुरु मालिक दा समकाली है। समकाली का अर्थ होंदा गुरु पातशाह दे टाइम दा आ, समय दा आ। जो जो घटना सामने हो रही है वो डिटो लिख रहा है। दूना सिंह हंडूरीआ लिखदा कहना जदों सहेड़ी पिंड तो
ਕੋਤਵਾਲੀ ਤੱਕ ਲਿਜਾਣਾ ਪਿਆ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਨੂੰ। ਇਹਨਾਂ ਨੂੰ ਮਿਰਚਾਂ ਦੇ ਤੋਬੜੇ ਚ ਪਾ ਕੇ, ਮਿਰਚਾਂ ਦੇ ਬੋਰੇ ਵਿੱਚ ਪਾ ਕੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਜੀ ਦੇ ਮੁਖ ਤੇ ਮਿਰਚਾਂ ਵਾਲਾ ਤੋਬੜਾ ਪਾ ਕੇ, ਮਿਰਚਾਂ ਵਾਲਾ ਥੈਲਾ ਪਾ ਕੇ ਲੈ ਕੇ ਗਏ। ਕਿਉਂਕਿ ਇਹਨਾਂ ਦੇ ਮਨ ਵਿੱਚ ਇਹ ਸੀ ਕਿ ਸੂਬੇ ਕੋਲ ਪੇਸ਼ ਕਰਨ ਤੋਂ ਪਹਿਲਾਂ ਕਿਤੇ ਸਾਹਿਬਜ਼ਾਦੇ ਮੰਨ ਜਾਣ ਕਿ ਅਸੀਂ ਇਸਲਾਮ ਕਬੂਲ ਕਰਦੇ ਆ, ਆਪਣਾ ਧਰਮ ਛੱਡਦੇ ਆ। ਜਦੋਂ ਇਸਲਾਮ ਇਹ ਬੱਚੇ ਕਬੂਲਣਗੇ ਤੇ ਗੁਰੂ ਗੋਬਿੰਦ ਸਿੰਘ ਦੀ ਆਪੇ ਹਾਰ ਹੋ ਜਾਏਗੀ। ਇਹਨਾਂ ਦੇ ਮਨ ਵਿੱਚ ਇਹ ਸੋਚ ਹੈ। ਕੋਤਵਾਲੀ ਪਹੁੰਚੀ ਆ ਜੀ, 9 ਪੋਹ ਦੀ ਰਾਤ ਕੋਤਵਾਲੀ ਕੱਟੀ। ਫਿਰ ਪੜ੍ਹ ਕੇ ਦੇਖਿਓ, ਦੂਨਾ ਸਿੰਘ ਲਿਖਦਾ, ਕਹਿੰਦਾ ਰਾਤ ਨੂੰ ਗਾਲੀ ਗਲੋਚ ਕਰਦੇ ਨੇ, ਰਾਤ ਨੂੰ ਫੇਰ ਮਾਰ ਕਟਾਈ ਕਰਦੇ ਨੇ, ਬੱਚਿਆਂ ਤੇ ਜ਼ੁਲਮ ਕਰਦੇ ਨੇ। ਮਾਤਾ ਨੂੰ ਖਾਣ ਵਾਸਤੇ ਕੁਝ ਨਹੀਂ ਹੈ, ਪੀਣ ਵਾਸਤੇ ਪਾਣੀ ਕੋਈ ਨਹੀਂ ਹੈ ਤੇ ਉੱਪਰ ਲੈਣ ਵਾਸਤੇ ਕੋਈ ਗਰਮ ਕੱਪੜਾ ਨਹੀਂ ਹੈ। 9 ਪੋਹ ਦੀ ਰਾਤ ਵੀ ਮਾਤਾ ਗੁਜਰ ਕੌਰ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਵਿੱਚ ਕੱਟੀ ਹੈ। ਸੰਗਤ ਜੀ ਸਿਰਫ ਆਪਣੇ ਚਿੱਤ ਵਿੱਚ ਰੱਖਿਓ, 6 ਪੋਹ ਦੀ ਰਾਤ ਦੇ ਤੁਰੇ ਨੇ, 7 ਪੋਹ ਦੀ ਰਾਤ ਗਈ, 8 ਪੋਹ ਦੀ ਰਾਤ ਗਈ, 9 ਪੋਹ ਦੀ ਰਾਤ ਗਈ। ਜਦੋਂ ਸਵੇਰ 10 ਪੋਹ ਹੋਈ ਤੇ ਕੋਤਵਾਲੀ ਤੋਂ ਸਰਹੰਦ ਵੱਲ ਇਹਨਾਂ ਦੇ ਚਾਲੇ ਪਾਣੇ ਸ਼ੁਰੂ ਕਰ ਦਿੱਤੇ ਆ। ਜਦੋਂ ਸਰਹੰਦ ਵੱਲ ਚਾਲੇ ਪਏ, ਸਾਰੀ ਰਾਤ ਤੋੜ ਕੇ ਲਿਆਂਦਾ ਗਿਆ। ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੂੰ ਬੇੜੀਆਂ ਪਾਈਆਂ ਗਈਆਂ। ਜਾਂਦੇ ਹੋਏ ਲੋਕ ਇਹੀ ਦੇਖਦੇ ਨੇ ਕਿ ਬੱਚੇ ਬੜੇ ਮਾਯੂਸ ਨੇ, ਬੱਚੇ ਬੜੇ ਕੋਮਲ ਨੇ, ਬੱਚੇ ਬੜੇ ਪਿਆਰੇ ਨੇ। ਮਾਤਾ ਗੁਜਰ ਕੌਰ ਵੱਲ ਦੇਖਦੇ ਆ, ਇੱਕੋ ਹੀ ਗੱਲ ਕਰਦੇ ਆ ਕਿ ਇਹਨਾਂ ਬੱਚਿਆਂ ਨੇ ਕਿਹੜਾ ਕਸੂਰ ਕੀਤਾ ਹੋਣਾ, ਇਹਨਾਂ ਬੱਚਿਆਂ ਨੇ ਕਿਹੜੀ ਗਲਤੀ ਕੀਤੀ ਹੋਣੀ ਹੈ। 10 ਪੋਹ ਜਿੱਥੇ ਤੁਸੀਂ ਫਤਿਹਗੜ੍ਹ ਸਾਹਿਬ ਜਾਓਗੇ, ਉੱਥੇ ਗੁਰਦੁਆਰਾ ਰਥ ਸਾਹਿਬ ਬਣਿਆ, ਉੱਥੇ ਰੋਕਿਆ ਗਿਆ। ਰੋਕਣ ਤੋਂ ਬਾਅਦ ਸੂਬੇ ਨੂੰ ਸੁਨੇਹਾ ਦਿੱਤਾ ਗਿਆ ਕਿ ਸਾਹਿਬਜ਼ਾਦੇ ਸਰਹੰਦ ਦੀ ਧਰਤੀ ਤੇ ਪਹੁੰਚ ਚੁੱਕੇ, ਦੱਸੋ ਕੀ ਕਰੀਏ। ਤੇ ਸੂਬੇ ਨੇ ਇੱਕ ਹੁਕਮ ਕੀਤਾ, ਕਹਿੰਦਾ ਕੰਮ ਕਰੋ, ਤੁਸੀਂ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿਓ। ਜਦੋਂ ਅਸੀਂ ਇਤਿਹਾਸ ਪੜਾਂਗੇ ਨਾ ਜੀ, ਸਰਹੰਦ ਦੀ ਧਰਤੀ ਉੱਤੇ ਉਦੋਂ 8 ਬੁਰਜ ਨੇ। 8 ਬੁਰਜਾਂ ਦੇ ਵਿੱਚ ਜਿਹੜਾ ਠੰਡਾ ਬੁਰਜ ਹੈ 144 ਫੁੱਟ ਉੱਚਾ ਆ। 144 ਫੁੱਟ ਉੱਚੇ ਬੁਰਜ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਟਿਕਾਇਆ ਜਾਂਦਾ ਆ, ਬੰਦੀ ਬਣਾਇਆ ਜਾਂਦਾ ਆ। ਉਹਦਾ ਕਾਰਨ ਇਹ ਹੈ ਕਿ ਠੰਡੇ ਬੁਰਜ ਦੇ ਪਿਛਾ ਇੱਕ ਨਦੀ ਚੱਲਦੀ ਹੈ। ਨਦੀ ਦਾ ਪਾਣੀ ਠੰਡੇ ਬੁਰਜ ਦੇ ਵਿੱਚੋਂ ਨਿਕਲਦਾ ਹੋਇਆ ਠੰਡੇ ਬੁਰਜ ਨੂੰ ਠੰਡਾ ਕਰਦਾ ਆ। ਇੱਥੇ ਜੇਠ ਹਾੜ ਦੀਆਂ ਧੁੱਪਾਂ ਵਿੱਚ ਵੀ ਠੰਡਾ ਬੁਰਜ ਪੋਹ ਦੀ ਠੰਡ ਵਰਗਾ ਆਨੰਦ ਦਿੰਦਾ ਆ। ਹੁਣ ਸੰਗਤ ਜੀ ਸੋਚਿਓ, ਜਿੱਥੇ ਜੇਠ ਹਾੜ ਦੀਆਂ ਧੁੱਪਾਂ ਵਿੱਚ ਵੀ ਠੰਡ ਲੱਗਦੀ ਹੋਏਗੀ ਤੇ ਉੱਥੇ ਪੋਹ ਦੇ ਮਹੀਨੇ 'ਚ ਕੀ ਵਾਪਰਦਾ ਹੋਏਗਾ। ਸਾਹਿਬਜ਼ਾਦਿਆਂ ਨੂੰ 10 ਪੋਹ ਨੂੰ ਗ੍ਰਿਫਤਾਰ ਕਰਕੇ ਠੰਡੇ ਬੁਰਜ ਵਿੱਚ ਰੱਖਿਆ ਜਾਂਦਾ ਹੈ ਤੇ ਰਾਤ ਨੂੰ ਸੰਗਤ ਜੀ ਬੱਚਿਆਂ ਨੂੰ ਠੰਡ ਲੱਗਦੀ ਹੈ। ਇਤਿਹਾਸ ਦੇ ਵਰਕੇ ਪੜ੍ਹ ਕੇ ਦੇਖਿਓ ਕਿ ਮਾਤਾ ਗੁਜਰ ਕੌਰ ਸੀਨੇ ਲਾ ਲਾ ਕੇ ਇਤਿਹਾਸ ਸੁਣਾ ਕੇ ਆਪਣੇ ਬੱਚਿਆਂ ਨੂੰ ਸੇਕ ਦੇ ਰਹੀਆਂ, ਨਿੱਘ ਦੇ ਰਹੀਆਂ ਤਾਂ ਕਿ ਮੇਰੇ ਬੱਚੇ ਡੋਲਣ ਨਾ। ਮਾਤਾ ਗੁਜਰ ਕੌਰ ਆਪਣੇ ਪੋਤਰਿਆਂ ਨੂੰ ਬਸ ਇੱਕੋ ਗੱਲ ਚੇਤੇ ਕਰਾਉਂਦੀ ਆ ਕਿ ਬੱਚਿਓ ਭੁੱਲਿਓ ਨਾ, ਤੁਸੀਂ ਗੁਰੂ ਤੇਗ ਬਹਾਦਰ ਦੇ ਪੋਤੇ ਹੋ ਤੇ ਧੰਨ ਗੁਰੂ ਕਲਗੀਧਰ ਦੇ ਪੁੱਤਰ ਹੋ। ਬਸ ਆਹ ਗੱਲ ਤੁਸੀਂ ਭੁੱਲਿਓ ਨਾ। ਤੁਸੀਂ ਝੁਕੋਗੇ, ਗੁਰੂ ਤੇਗ ਬਹਾਦਰ ਪਾਤਸ਼ਾਹ ਝੁਕਣਗੇ। ਤੁਸੀਂ ਝੁਕੋਗੇ, ਗੁਰੂ ਗੋਬਿੰਦ ਸਿੰਘ ਦਾ ਦਸਤਾਰਾ ਝੁਕ ਜਾਏਗਾ। ਪੁੱਤਰ ਜੀ ਅੜੇ ਰਹੋ, ਬੇਸ਼ੱਕ ਤੁਹਾਡੇ ਤੇ ਜ਼ੁਲਮ ਹੋਵੇ, ਬੇਸ਼ੱਕ ਤੁਹਾਡਾ ਬੰਦ ਕੱਟਿਆ ਜਾਵੇ, ਪਰ ਪੁੱਤਰ ਜ਼ੁਲਮ ਅੱਗੇ ਕਦੇ ਗੋਡੇ ਨਹੀਂ ਟੇਕਣੇ। ਤੇ ਸਾਹਿਬਜ਼ਾਦੇ ਇੱਕੋ ਹੀ ਗੱਲ ਆਖਦੇ ਹੁੰਦੇ ਸੀ, ਦਾਦੀ ਤੂੰ ਦੇਖੀ ਤਾਂ ਸਹੀ ਆ ਤੇਰੇ ਛੋਟੇ ਛੋਟੇ ਪੋਤਰੇ ਕਿੱਡੇ ਕਿੱਡੇ ਸਾਕੇ ਕਰਕੇ ਜਾਣਗੇ। ਤਾਂ ਹੀ ਅਸੀਂ ਅੱਜ ਸ਼ਬਦ ਵਰਤਦੇ ਹਾਂ ਕਿ ਨਿੱਕੀਆਂ ਜਿੰਦਾ ਵੱਡੇ ਸਾਕੇ। ਇੱਕੋ ਹੀ ਗੱਲ ਦਾਦੀ ਨੂੰ ਕਹਿਣਾ ਕਿ ਦਾਦੀ ਸਾਡੇ ਰਗਾਂ ਦੇ ਅੰਦਰ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਖੂਨ ਦੌੜਦਾ ਆ। ਤੇਰੇ ਪੁੱਤਰ ਕੱਟੇ ਤਾਂ ਜਾ ਸਕਦੇ ਆ, ਤੇਰੇ ਪੋਤਰੇ ਮਰ ਤਾਂ ਸਕਦੇ ਆ, ਪਰ ਸੂਬੇ ਅੱਗੇ ਆਪਣੀ ਗਰਦਨ ਨਹੀਂ ਝੁਕਾ ਸਕਦੇ। 10 ਪੋਹ ਨੂੰ ਸਾਰੀ ਰਾਤ ਠੰਡੇ ਬੁਰਜ ਵਿੱਚ ਕੱਟੇ ਗਏ ਜੀ। ਇਤਿਹਾਸ ਦਾ ਇੱਕ ਪਾਤਰ ਨਾ ਭੁੱਲਿਓ ਜਿਸ ਨੇ ਦੁੱਧ ਪਿਲਾਇਆ।
मोती राम मेरा पौड़ी ला के चढ़दा आ ते आया किद्दां जी, अपने घर दे गहने गट्टे अपने घर दा समान लेके कीमती पहरेदारां नूं रिश्वत दे के एक कोई तरला लैंदा कि मैनूं सेवा करन दा मौका दे दिओ, मैं सेवा करनी है। सेवा कीती ते दादी ने पूछया कि कौन है भाई, एक कोई गल आखदा, कहना एक किरती हाँ हल कर ना सका बुरजा तो उच्चे सवालां नूं, एक दुध दा गड़वा हाजिर है खुद शको ते शकावो लाला नूं। मालिक माता जी को मैं आया हाँ, मैं तुहाडे घर दा सेवक हाँ ते मेरा मन कीता कि बच्चे कई दिनां दे भुखे ने, होर तो मैं कुछ नहीं कर सकिया, पर दुध गर्म करके लेके आया, कृपा करके आप भी छको ते इन्हां बच्चियां नूं भी छकावो। ते दादी ने इत्थे बड़ी प्यारी गल कही, कहने मोती राम पुत्र तू आया है, तेरी सेवा प्रवान है, पर एक गल आखा कल ना दुध लेके आई। ते बाबा मोती राम मेरे ने पूछा कि क्यों मेरी सेवा प्रवान नहीं। तो दादी ने बड़े प्यारे शब्द वरते, कहनी पुत्र सेवा तो प्रवान है, पर मैं होर अपने पोतरे शहीद नहीं करवा सकते। मैनू पता है मेरे पोतरिया दा अंत की है, मैनू पता है मेरे पोतरिया दी मंजिल की है, मैनू पता कल मेरे पोतरिया ना की बनना है। पर कल जदों इन्हां जालमां नूं ये पता लगेगा कि मोती राम ने भी सेवा की है, ते कल वो तेरे बच्चे उत्ते भी जुल्म ढाउणगे, कल तेरे बच्चे नूं भी मारनगे, तेरे बच्चे दे जिस्म दे टोटे टोटे करनगे। मैं अपने पोतरिया नूं तां शहीद करवा सकदी हां, वो तेरा पुत भी मेरा पोतरा आ, ते जदों ओहदे उत्ते कोई आंच आएगी आ दुख में तो चलिया नहीं जाना। माता गुजर कौर ने कहा कल ना तू आई, कोई गल नहीं, सानू साडे हाल ते छड्ड दे। रात बतीत हुई 10 पौ दी, 11 पौ का दिन चढ़ता है जी। सवेर हुई, 2 सिपाही लेण वास्ते आए, कहने चलो जी साहबजादियां नूं दादी कचहरी विच सद्दिया। तो माता गुजर कौर एक सवाल पुछदी है, कहनी ना तो मेरे पोतरिया ने कोई कतल किया, ना कि इन्हां ने होर गुनाह किया, पर पेशी किस गल दी, जे पेशी होएगी तो मैं भी नाल जावांगी। माता गुजर कौर नूं आख्या कि नहीं दादी तुसी नहीं नाल जा सकते, बच्चियां नूं लेके जाना है। माता गुजर कौर तो पहली बार संगत जी अपने घर विच भी बच्चे ने, आपां बच्चियां नूं किन्ना लाड़ लड़ाउंदे आ, किन्ना प्यार करदे आ, अपने तो अखों ओले नहीं असीं करदे अपने बच्चे नूं। हुण इत्थे माता गुजर कौर ने बाबा फतेह सिंह बाबा जोरावर सिंह नूं आप पालिया होया। ये पहला समा है कि अज माता गुजर कौर तो साहबजादे दूर जाणगे, ते दूर जान लगे माता ने सीने ना लाए, ते एक गल फिर याद कराई, पुत्र भुलियो ना तत्ती तवी, पुत्र भुलियो ना चांदनी चौक, पुत्र भुलियो ना आरा, पुत्र भुलियो ना ओ देगा पानी दा उबालिया होया जिदे विच भाई दयाला जी बैठ के उस अकाल पुरख वाहिगुरू दी उस्तत करदे आ। ते साहबजादे इक्को ही गल आखदे आ कि दादी बेफिक्र हो जा कि तेरे बच्चे कट्टे तां जा सकदे आ, पर तेरे बच्चे किसी अगे झुकणगे नहीं। असीं इतिहास दे ये बोल पढ़दे आ कि जदों साहबजादियां नूं लिजांदा गया ना, पहले दिन कचहरी च गेट दरवाजा छोटा खोलिया जाता है, बस इसे सोच करके कि जो सिर झुकाउणगे आपां आखांगे कि साहबजादियां ने सिर झुकाया, जो सिर झुकेगा ताड़ियां मारांगे हसांगे, गुरु गोबिंद सिंह दे पुत्रां ने सूबे दे अगे सिर झुका लिया। पर साहबजादियां दी दलेरी क्या बात है जी, अकाल पुरख वाहिगुरू विच आप वरतिया। बाबा फतेह सिंह सब तो अगे जो दरवाजे दे अंदर बढ़न लगे अपना सिर पिछा, सब तो पहला अपना जोड़ा अगे किया, जोड़ा अगे करके सूबे नूं दस दिता कि असी सारियां तेरियां जुल्म दियां हद्दां नूं असी अपने जोड़े अगे ला के लेके जावांगे। फिर अंदर बढ़ते ने दोने साहबजादे, एक दूजे वल मुख करके दोने भरा आपस दे विच आखदे आ कि वीर जी वाहिगुरू जी का खालसा वाहिगुरू जी की फतेह। सूबे ने आखिया ये थोड़े प्यो दा दरबार नहीं है, इत्थे फतेह नहीं बुलाई जाती, इत्थे झुक के सलाम की जाती है कि तुहानूं थोड़ी दादी ने सलाम करनी नहीं सिखाई।
ਤੇ ਸੂਬੇ ਨੂੰ ਜਵਾਬ ਦਿੰਦੇ ਸਾਹਿਬਜ਼ਾਦੇ ਆਖਦੇ, ਕਹਿੰਦੇ ਹਾਂ ਸਾਨੂੰ ਸਲਾਮ ਕਰਨੀ ਸਿਖਾਈ ਹੈ, ਰੋਜ਼ ਸਲਾਮ ਕਰਦੇ ਹਾਂ, ਅੱਜ ਵੀ ਕਰਕੇ ਆਏ ਆ ਤੇ ਅਗਾਂਹ ਵੀ ਕਰਾਂਗੇ। ਕਿਹੜੀ ਸਲਾਮ? ਤੇ ਸਤਿਗੁਰੂ ਜੀ ਦੇ ਬੱਚੇ ਆਖਦੇ ਆ, ਕਹਿੰਦੇ ਦਾਦੀ ਨੇ ਸਿਖਾਇਆ ਕਿ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਕਹਿੰਦੇ ਸੂਬਾ ਇਹ ਸਰਹੰਦ ਹੈ, ਬਾਦਸ਼ਾਹ ਹੈ, ਤੇ ਇਸ ਬਾਦਸ਼ਾਹ ਨੂੰ ਤੁਸੀਂ ਝੁਕ ਕੇ ਨਮਸਕਾਰ ਕਰੋ। ਤੇ ਸਾਹਿਬਜ਼ਾਦਿਆਂ ਨੇ ਆਖਿਆ ਸਾਨੂੰ ਸਾਡੀ ਦਾਦੀ ਨੇ ਸਿਖਾਇਆ ਕਿ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤੇ ਦਿਵਾਜਾ, ਇਹਨਾਂ ਝੂਠੀਆਂ ਬਾਦਸ਼ਾਹ ਦੇ ਅੱਗੇ ਨਹੀਂ ਝੁਕਣਾ। ਇਹ ਅੱਜ ਹੈ ਤੇ ਕੱਲ ਨਹੀਂ ਹੈ। ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਝੁਕਦੇ ਹਾਂ ਜੋ ਆਦ ਸੱਚ ਜੁਗਾਦ ਸੱਚ ਹੈ, ਪੀ ਸੱਚ ਨਾਨਕ ਹੋਸੀ ਪੀ ਸੱਚ। ਸੂਬੇ ਨੇ ਦੇਖਿਆ ਕਿ ਬੱਚਿਆਂ ਦੇ ਜਵਾਬ, ਤੇ ਸੂਬਾ ਅੰਦਰੋਂ ਕੰਬ ਗਿਆ ਕਿ ਜਿੱਦਾਂ ਦਾ ਪਿਓ ਉਦਾਂ ਦੇ ਬੱਚੇ, ਇਹਨਾਂ ਨੂੰ ਨਹੀਂ ਝੁਕਾਇਆ ਜਾ ਸਕਦਾ। ਤੇ ਦੂਨਾ ਸਿੰਘ ਹਡੂਰੀਆ ਨੇ ਲਿਖਿਆ ਕਿ ਪਹਿਲੀ ਪੇਸ਼ੀ ਨੂੰ ਸਾਹਿਬਜ਼ਾਦਿਆਂ ਨੂੰ ਇਹ ਕਹਿ ਕੇ ਇਹਨਾਂ ਨੇ ਤੋੜ ਦਿੱਤਾ ਕਿ ਬੱਚੇ ਆ, ਜਾ ਕੇ ਇਹਨਾਂ ਨੂੰ ਸਮਝਾਓ, ਇਹਨਾਂ ਦੀ ਦਾਦੀ ਨੂੰ ਸਮਝਾਓ ਕਿ ਸੂਬੇ ਨਾਲ ਮੱਥਾ ਲਾਓਗੇ ਤੇ ਔਖਾ ਹੋ ਜਾਏਗਾ। ਪਹਿਲੀ ਪੇਸ਼ੀ ਇਦਾਂ ਕਹਿ ਕੇ ਬੱਚੇ ਕਹਿ ਕੇ ਵਾਪਸ ਭੇਜਿਆ ਜਾਂਦਾ ਆ। ਰਾਹ ਵਿੱਚ ਜਾਂਦਾ ਹੋਇਆ ਸੁੱਚਾ ਨੰਦ ਬੜਾ ਕ੍ਰੋਧਿਤ ਹੋਇਆ। ਦੂਨਾ ਸਿੰਘ ਹੰਡੂਰੀਆ ਜੀ ਲਿਖਦੇ ਨੇ ਕਥਾ ਗੁਰੂ ਕੇ ਸੁਤਨ ਵਿੱਚ ਕਿ ਜਾਂਦਾ ਹੋਇਆ ਸੁੱਚਾ ਨੰਦ ਬੱਚਿਆਂ ਦੇ ਤੂਤ ਦੀਆਂ ਛਟੀਆਂ ਤੱਕ ਵੀ ਮਾਰਦਾ ਆ ਕਿ ਤਾਂ ਕਿ ਇਹ ਤੂਤ ਦੀਆਂ ਛਟੀਆਂ ਦੇ ਦਰਦ ਦੇ ਨਾਲ ਇਹ ਸਾਹਿਬਜ਼ਾਦੇ ਸੂਬੇ ਦੇ ਅੱਗੇ ਆਪਣੀ ਈਨ ਮੰਨ ਲੈਣ। ਪਰ ਨਹੀਂ ਸੰਗਤ ਜੀ, ਅੰਦਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਦਾ ਖੂਨ ਹੈ, ਕਿਵੇਂ ਚੁੱਕ ਜਾਣਗੇ। ਜਾ ਕੇ ਪਹਿਲੀ ਪੇਸ਼ੀ ਸਮਾਪਤ ਹੋਈ, ਦਾਦੀ ਕੋਲ ਵਾਪਸ ਗਏ। ਜਿਵੇਂ ਬੱਚਾ ਸਕੂਲ ਤੋਂ ਵਾਪਸ ਆਉਂਦਾ ਭੱਜ ਕੇ ਗਲੇ ਮਿਲਦਾ, ਆਪਣੀ ਦਾਦੀ ਨੂੰ ਆ ਕੇ ਗਲੇ ਮਿਲੇ ਤੇ ਕੰਨ ਵਿੱਚ ਇੱਕ ਜਾ ਕੇ ਸ਼ਬਦ ਕਹਿੰਦੇ, ਦਾਦੀ ਅੱਜ ਮੈਂ ਤੇ ਬਾਬਾ ਜੋਰਾਵਰ ਸਿੰਘ ਨੇ ਦੋਨੇ ਭਰਾਵਾਂ ਨੇ ਅੱਜ ਸੂਬੇ ਦੀ ਬੋਲਤੀ ਬੰਦ ਕਰਾ ਕੇ ਰੱਖਤੀ ਹੈ। ਸੂਬਾ ਸਾਡੇ ਅੱਗੇ ਬੋਲਿਆ ਕੋਈ ਨਹੀਂ ਹੈ। ਮਾਤਾ ਨੇ ਫੇਰ ਲਾਡ ਦਿੱਤਾ, ਫੇਰ ਪਿਆਰ ਦਿੱਤਾ। ਰਾਤ ਫੇਰ ਬਤੀਤ ਹੁੰਦੀ ਹੈ ਜੀ। ਸੰਗਤ ਜੀ ਹੌਲੀ ਹੌਲੀ ਸਮਾਂ ਬਤੀਤ ਹੋ ਰਿਹਾ ਹੈ, ਪਰ ਮਾਤਾ ਗੁਜਰ ਕੌਰ ਨੂੰ ਕੀ ਪਤਾ ਆ ਕਿ ਸੱਚ ਦੇ ਰਾਹ ਤੇ ਤੁਰੇ ਹਾਂ, ਤੇ ਸੱਚ ਦੇ ਰਾਹ ਤੇ ਤੁਰਨ ਵਾਲਿਆਂ ਦੀ ਸਰੀਰਕ ਮੌਤ ਪੱਕੀ ਹੈ। ਸਰੀਰ ਛੱਡਣੇ ਪੈਣਗੇ। ਉਹ ਕੀ ਤੁਰੇ ਹੋਏ ਆ ਜਿਸ ਰਾਹ ਤੇ। ਜਦੋਂ 12 ਪੋਹ ਦਾ ਦਿਨ ਚੜ੍ਹਦਾ ਨਾ ਜੀ, ਰਾਤ ਬਤੀਤ ਹੋ ਗਈ, 12 ਪੋਹ ਦਾ ਦਿਨ ਚੜ੍ਹਿਆ, ਦੂਜੀ ਪੇਸ਼ੀ ਦੇ ਲਈ ਸਾਹਿਬਜ਼ਾਦਿਆਂ ਨੂੰ ਫਿਰ ਲਿਆਂਦਾ ਗਿਆ। ਦੂਜੀ ਪੇਸ਼ੀ ਜਦੋਂ ਸ਼ੁਰੂ ਹੁੰਦੀ ਹੈ ਤੇ ਫਿਰ ਸਿਪਾਹੀ ਆਏ। ਸਿਪਾਹੀ ਫਿਰ ਆ ਕੇ ਸਾਹਿਬਜ਼ਾਦਿਆਂ ਨੂੰ ਜਦੋਂ ਲੈ ਕੇ ਗਏ ਨਾ ਜੀ, ਅੱਜ ਫਿਰ ਦਰਬਾਰ ਵਿੱਚ ਕੁਝ ਨਾ ਕੁਝ ਵੱਖਰਾ ਹੋ ਰਿਹਾ। ਪ੍ਰਿੰਸੀਪਲ ਸਤਵੀਰ ਸਿੰਘ ਉਹਨਾਂ ਨੇ ਲਿਖਿਆ ਹੈ, ਉਹ ਕਹਿੰਦੇ ਕਿ ਦੁਕਾਨਾਂ ਲਾਈਆਂ ਗਈਆਂ 3 ਤਰੀਕੇ ਦੀਆਂ, ਕੱਪੜਿਆਂ ਦੀਆਂ, ਮਠਿਆਈਆਂ ਦੀਆਂ, ਹਥਿਆਰਾਂ ਦੀਆਂ, ਤੇ ਬੱਚੇ ਹਥਿਆਰ ਚੁੱਕਦੇ ਨੇ। ਤੇ ਸੁੱਚਾ ਨੰਦ ਕਹਿੰਦਾ ਆਹ ਦੇਖੋ ਇਹਨਾਂ ਦੇ ਬਾਗੀ ਇਰਾਦੇ ਨੇ। ਜਦੋਂ ਕਚਹਿਰੀ ਵਿੱਚ ਲਿਜਾਂਦਾ ਗਿਆ ਤੇ ਉਦੋਂ ਬੈਠਾ ਆ ਮਲੇਰ ਕੋਟਲੇ ਦਾ ਨਵਾਬ। ਜਦੋਂ ਮਲੇਰ ਕੋਟਲੇ ਦੇ ਨਵਾਬ ਨੂੰ ਸੂਬਾ ਸਰਹੰਦ ਆਖਦਾ, ਕਹਿੰਦਾ ਇਹ ਉਹ ਬੱਚੇ ਨੇ, ਇਹਨਾਂ ਦੇ ਪਿਓ ਨੇ ਤੇਰੇ ਭਰਾ ਨੂੰ ਮਾਰਿਆ, ਤੇਰੇ ਭਤੀਜਿਆਂ ਨੂੰ ਮਾਰਿਆ, ਲੈ ਲਾ ਬਦਲਾ। ਤੇ ਮਲੇਰ ਕੋਟ ਦਾ ਨਵਾਬ आखदा कहना बदला लेना होगा तो लेंगे इनके बाप से, खुदा महफूज रखे मुझे ऐसे पाप से ना। बच्चियां ते जुल्म करना सानू साडा इस्लाम धर्म नहीं सिखाउंदा। मैं थोनू भी आखांगा कि इन्हां बच्चियां नू जान दो, जे इन्हां बच्चियां ते तुसी जुल्म करोगे तुसी अपने राज दियां जड़ा पुटा के बह जाओगे। और सूबा अन्ना हो चुका सीगा अपनी ताकत विच। मलेर कोट दा नवाब ये गल कह के चला जाता है। तो इत्थे हुण गल हुंदी है ते साहिबजादियां नूं सुच्चा नंद एक गल पुछदा, कहना मैनूं ये दसो कि जे तुहानूं छड्ड दिता जावे तुसीं की करोगे। सुच्चे नंद नूं बाबा फतेह सिंह ने बड़ी प्यारी गल आखी, कहने पहली गल तो यह है कि तू सानूं छड्डना कोई नहीं है। पहली गल तो यह है, हाँ जे तू आखदा है ना कि छड्ड दिता जाएगा, फिर एक गल का तेरे नाल वादा करके जाने आ। वो वादा यह है कि वापस जावांगे, जंगलों च फौज इकट्ठी करांगे, ते फौज इकट्ठी करके आके तेरे इस सूबे का सिर लावांगे। असी सूबे का आके सिर वड्डना आ। जदों ये गल साहिबजादियां दे मुख तो सुनी
ਤੇ ਸੁੱਚਾ ਨੰਦ ਕਹਿੰਦਾ ਇਹਨਾਂ ਦੀ ਬੋਲੀ ਵੀ ਬਾਗੀਆਂ ਵਾਲੀ ਹੈ, ਇਰਾਦੇ ਵੀ ਬਾਗੀਆਂ ਵਾਲੇ ਹੈ, ਖਿਆਲ ਵੀ ਬਾਗੀ ਹੈ। ਇਹਨਾਂ ਬਾਗੀਆਂ ਨੂੰ ਕੋਈ ਨਾ ਕੋਈ ਫਤਵਾ ਦਿੱਤਾ ਜਾਵੇ। ਤੇ ਫਤਵਾ ਸੰਗਤ ਜੀ ਦਿੱਤਾ ਜਾਂਦਾ ਆ ਕਿ ਇਹਨਾਂ ਬੱਚਿਆਂ ਨੂੰ ਜਿਉਂਦੇ ਜੀ ਹੀ ਦੀਵਾਰਾਂ ਦੇ ਵਿੱਚ ਚਿਣਵਾ ਦਿੱਤਾ ਜਾਵੇ। ਅੱਜ ਦਾ ਦਿਨ 13 ਪੋਹ ਦਾ ਦਿਨ, ਅੱਜ ਦੇ ਦਿਨ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿੱਚ ਚਿਣਵਾ ਕੇ ਸ਼ਹੀਦ ਕੀਤਾ ਜਾਂਦਾ ਹੈ। ਪ੍ਰਦੂਨਾ ਸਿੰਘ ਹਡੂਰੀਆ ਜੀ ਬੜੀ ਸੋਹਣੀ ਗੱਲ ਲਿਖਦੇ ਆ, ਕਹਿੰਦੇ ਬੱਚਿਆਂ ਦੇ ਗਲੇਲੇ ਤੱਕ ਵੀ ਮਾਰੇ ਗਏ। ਇੱਕ ਗਲੇਲ ਦਾ ਰੋੜਾ ਆ ਕੇ ਬਾਬਾ ਫਤਿਹ ਸਿੰਘ ਦੀ ਅੱਖ ਤੇ ਵੱਜਦਾ ਆ। ਬੜਾ ਦੁੱਖ ਹੈ ਜੀ, ਬੜੀ ਤਕਲੀਫ ਹੈ। ਮਾਸ ਦੇ ਇਹਨਾਂ ਪੋਟਿਆਂ ਦੇ ਵਿੱਚ ਰੂੜ ਰੱਖ ਕੇ ਅੱਗ ਲਾ ਦਿੱਤੀ ਜਾਂਦੀ ਹੈ। ਮੈਂ ਫੇਰ ਕਹਿ ਦਿਆਂ ਜੀ, ਜਦੋਂ ਜ਼ਾਲਮ ਦੇ ਹੱਥ ਦੇ ਵਿੱਚ ਗੁਰੂ ਕੇ ਸਿੱਖ ਆਉਂਦੇ ਸੀਗੇ, ਇਹ ਆਪਣੀ ਪੂਰੀ ਵਾਹ ਲਾਉਂਦੇ ਸੀਗੇ ਕਿ ਅਸੀਂ ਅੱਤ ਦਾ ਜ਼ੁਲਮ ਇਹਨਾਂ ਤੇ ਕਰਨਾ ਆ ਤਾਂ ਕਿ ਇਹ ਆਪਣੀ ਈਨ ਮੰਨਣ। 12 ਪੋਹ ਨੂੰ ਜਦੋਂ ਪੇਸ਼ੀ ਸਮਾਪਤ ਹੁੰਦੀ ਹੈ, ਫਤਵਾ ਜਾਰੀ ਹੋ ਗਿਆ, ਸਾਹਿਬਜ਼ਾਦੇ ਫਿਰ ਵਾਪਸ ਜਾਂਦੇ ਆ ਤੇ ਮਾਂ ਦੇ ਕੰਨਾਂ ਵਿੱਚ ਜਾ ਕੇ ਇੱਕ ਗੱਲ ਆਖਦੇ ਆ ਕਿ ਮਾਂ, ਤੇਰੇ ਬੱਚੇ ਅੱਜ ਸੂਬੇ ਦੀ ਕਚਹਿਰੀ 'ਚੋਂ ਮੌਤ ਲਿਖਵਾ ਕੇ ਆਏ ਆ। ਇਹਨਾਂ ਨੇ ਕਹਿ ਦਿੱਤਾ ਆ ਕਿ ਭਾਈ ਕੰਧਾਂ 'ਚ ਜਿਉਂਦਿਆਂ ਨੂੰ ਚਿਣਵਾ ਦਿਓ। ਤੇ ਮਾਤਾ ਗੁਜਰ ਕੌਰ ਸੀਨੇ ਲਾ ਕੇ ਆਖਦੀ ਹੈ ਬਾਬਾ ਫਤਿਹ ਸਿੰਘ ਨੂੰ, ਕਹਿੰਦੀ ਕੰਧਾਂ ਵਿੱਚ ਹੀ ਚਿਣ ਦੇਣਗੇ, ਮਾਰ ਥੋੜੀ ਦੇਣਗੇ। ਸੰਗਤ ਜੀ, ਸਰੀਰ ਦਾ ਮਰਨਾ ਮੌਤ ਨਹੀਂ ਹੈ। ਅੱਜ ਵੀ ਸਾਹਿਬਜ਼ਾਦਿਆਂ ਦੀ ਵਿਚਾਰ, ਅੱਜ ਵੀ ਸਾਹਿਬਜ਼ਾਦਿਆਂ ਦੀ ਸੋਚ ਸਾਡੇ ਵਿਚਕਾਰ ਜਿਉਂਦੀ ਹੈ। ਸੂਬਾ ਇਸੇ ਸੋਚ ਨੂੰ ਖਤਮ ਕਰਨਾ ਚਾਹੁੰਦਾ ਸੀਗਾ, ਪਰ ਸੋਚ ਅੱਜ ਵੀ ਉੱਥੇ ਖੜੀ ਹੈ। ਤੇ ਮੈਂ ਹੁਣੇ ਜਦੋਂ ਅਸੀਂ ਆ ਰਹੇ ਸੀ, ਗੱਲਾਂ ਕਰਦੇ ਸੀ ਗੱਡੀ ਦੇ ਵਿੱਚ, ਬਾ ਕਮਾਲ ਦੀ ਗੱਲ ਹੈ ਕਿ ਜਿਹੜਾ ਨੂੰ ਖਤਮ ਕਰਨ ਵਾਸਤੇ ਲੱਖਾਂ ਦੀ ਫੌਜ ਲੱਗੀ, ਅੱਜ ਉਹਨਾਂ ਲੱਖਾਂ ਦਾ ਨਾਮੋ ਨਿਸ਼ਾਨ ਨਹੀਂ। ਪਰ ਜਿਨ੍ਹਾਂ ਨੇ ਸੱਚ ਦੇ ਖਾਤਰ ਆਪਣੀ ਜਾਨ ਦਿੱਤੀ, ਉਹਨਾਂ ਨੂੰ ਮੱਥਾ ਟੇਕਣ ਵਾਸਤੇ ਸੰਗਤਾਂ ਦੀ ਭੀੜ ਕਿੰਨੀ ਲੱਗੀ ਹੋਈ ਹੈ। ਕਿਤੇ ਵੀ ਝਾਤੀ ਮਾਰ ਕੇ ਦੇਖਿਓ, ਫਤਿਹਗੜ੍ਹ ਸਾਹਿਬ ਦੀ ਧਰਤੀ ਦੇਖੋ, ਚਮਕੌਰ ਸਾਹਿਬ ਦੀ ਧਰਤੀ ਦੇਖੋ, ਮਾਛੂਵਾੜਾ ਸਾਹਿਬ ਦੀ ਧਰਤੀ ਦੇਖੋ, ਜਿੱਥੇ ਜਿੱਥੇ ਬਾਬਿਆਂ ਨੇ ਚਰਨ ਪਾਏ, ਗੁਰੂ ਨੇ ਚਰਨ ਪਾਏ, ਅੱਜ ਦੁਨੀਆ ਉਹਨਾਂ ਥਾਵਾਂ ਨੂੰ ਸਜਦਾ ਕਰਨ ਵਾਸਤੇ ਜਾ ਰਹੀ ਹੈ। 12 ਪੋਹ ਦਾ ਦਿਨ ਵਾਪਸ ਜਦੋਂ ਬੱਚੇ ਜਾਂਦੇ ਆ ਜੀ, ਰਾਤ ਹੁੰਦੀ ਹੈ। ਸਾਰੀ ਰਾਤ ਮਾਂ ਆਪਣੇ ਬੱਚਿਆਂ ਨੂੰ ਫੇਰ ਸਮਝਾਉਂਦੀ ਹੈ, ਪੁੱਤਰ ਤੱਤੀ ਤਵੀ ਨਾ ਭੁੱਲਿਓ, ਚਾਂਦਨੀ ਚੌਂਕ ਨਾ ਭੁੱਲਿਓ, ਗੁਰੂ ਅਰਜਨ ਨੂੰ ਨਾ ਭੁੱਲਿਓ, ਮੇਰੀ ਪੀਰੇ ਦੇ ਦਾਤੇ ਨੂੰ ਨਾ ਭੁੱਲਿਓ, ਧੰਨ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਨਾ ਭੁੱਲਿਓ, ਤੇ ਧੰਨ ਗੁਰੂ ਕਲਗੀਧਰ ਪਾਸ਼ਾ ਨੂੰ ਨਾ ਭੁੱਲਿਓ। ਗੱਲਾਂ ਹੋ ਰਹੀਆਂ ਜੀ। ਜਦੋਂ 13 ਪੋਹ ਚੜਿਆ ਜੀ, ਤੇ ਜੋਗੀ ਸਾਹਿਬ ਨੇ ਬੜੀ ਪਿਆਰੀ ਗੱਲ ਲਿਖੀ, ਕਹਿੰਦੇ ਮਾਂ ਨੇ ਬੱਚਿਆਂ ਨੂੰ ਉਠਾਲਿਆ ਤੇ ਠਾਲ ਕੇ ਇੱਕ ਗੱਲ ਆਖਦੀ ਹੈ, ਕਹਿੰਦੀ ਪੁੱਤਰ ਉਠੋ, जाने से पहले गले लगा तो लो, केसों को कंघी करो, मुंह धुला तो लो। ते माता ने बड़ा प्यारा शब्द थे वरत्या, कहनी मरने से पहले आओ, तुम्हें धूला बना तो लूं। संगत जी गल्लां कहणियां आम नहीं सीगियां। साडा बच्चा बीमार हो जावे, सानू रातां नूं नींद तक नहीं आउंदी है, पर इत्थे माता नूं पता कि पोतरे हुण चले ने, 2 मेरे कोल नहीं, पुत मेरे कोल नहीं, नोआ मेरे कोल नहीं, यही मेरे कोल है, ये भी मेरे कोल ते चले ने। ते दादी तो बच्चे जदों चले है ना जी, ते सोहण सिंह शीतल ने बड़ियां प्यारियां सतरां लिखियां। वो कहना तुर पे 2 में लाड़ ले जद फतेह बुला के, वार अखीरी मां दे चरनी हथ ला के, बूगे बिचों परत के बोले मुस्का के, मां उडिकांगे तेनू सचखंड जाके, तुसा ना आउणा अम्मीए बहुता चिर ला के, थक ना जाइए अम्मीए असी औसियां पाके। ते मां नू साहिबजादे आखदियां, मां तुसी छेती आउणा, रुसजू तेरा फतेह सिंह फिर पऊ मनाउणा, तेरे बाजू अम्मीए सानू सचखंड नहीं पाउणा। तेरे नाल रहे आ, सचखंड चले आ, ते सचखंड भी तेरे बाडों सुना लगना है। ते दादी आवाज दे के कहनी है, चलो मेरे हीरियो मैं मगरे आवा, पुत्ता वाजो जूंडियां कद सुनिया मावा, जिधर जांदे हंस उधर जान उडारा, लोको मैं तोर घर दियां रौनका, सचखंड वसावा। जिधर मेरे पोतरे जान उधर मां आएगी, पुत्र चलो। साहिबजादे तुरे,
तुरन तो बाद फिर वापस आके सीने ना लगे दादी दे ते दादी नू आखदे दादी अज एक चीज भुल गई, रोज अरदास कर दी है ते अज अरदास नहीं कीती। ते दादी ने बड़ा सोहना शब्द वरत्या, कहनी पुत्र अरदास अज मैं ये करनी है, अगे मैं अरदास करदी सी गुरु तेग बहादुर पातशाह दे चरनां च कि चले ने कचहरी च वापस मेरी गोद विच आउण, पर अज मैं अरदास करनी है कि अज ये कचहरी चले ने, अज मेरी गोद विच नहीं, अज ये तेरी गोद विच आउण। बच्चियां नूं भेजिया गया जी, सूबे सरहंद नाल गल्लां बातां फिर होईयां, नहीं साहिबजादियां ने ईन मन्नी, कंधा चिन्नियां शुरू होईयां। संगत जी कद बाबा फतेह सिंह जी का छोटा है बाबा जोरावर सिंह तो, पर टूक मात्र गल करांगा जी, जदों कंधा दे रदे लगने शुरू हो गए तो बाबा जोरावर सिंह बाबा फतेह सिंह नूं आखदे आ, कहने भरावा छोटिया तू बड़ा चलाक निकलिया। तो बाबा फतेह सिंह ने आख्या वीरिया किद्दां, कहंदे चारा भरावां तो तू सब तो बाद विच आया, पर तेरे मुख तक कंध पहला आ जाएगी ते सब तो पहला शहीदी तू पाएगा, ते गुरु तेग बहादुर दादे दी गोद विच सब तो पहला तू जाएगा। ते बाबा फतेह सिंह जी कहने वीरिया एक मिनट, अपने पैर पिछां करके हेठा इट रखी ते इट उपर खड़ के बाबा जोरावर सिंह दे बराबर हो गया। कहने वीरिया लै हुण मैं तेरे बराबर हो गया, आपां दोने इकट्ठे जावांगे। संगत जी पढ़ के देखियो इतिहास नूं, जदों गोडियां तक कंधा पहुंचदियां आ ते गोडियां ने जदों चपड़ियां बाहर दसीआं ते इन्हां जालमां ने गोडियां दी चपड़ियां भी बाहर कढ के रख दित्तियां। हुण जदों गोडियां दी चपड़ियां बाहर छाती तक कंध पहुंची ते बेहोशी दी हालत विच साहिबजादे डिगदे आ, जदों साहिबजादे डिगदे ने ते एक गल आखदा आ सूबा सरहंद, कहना इन्हां नूं होश विच लेके आओ। उदों होश विच लियाउण वास्ते तलियां नूं तसिया, पैरां दी तलियां तसियां, हत्थां दी तलियां तसियां। जदों होश विच आए उपर इल्ला उड़दियां सन ते सूबा सरहंद कहना बच्चिओ ईन मन लवो, अपना धर्म छड्ड दवो, जे नहीं छड्डोगे आ जिन्नी उच्ची इल्ला उड़दियां ने इन्नी उच्ची तुहाडे मास दीआं बोटियां उड्डणगियां। बाबा फतेह सिंह ने गल आखी, कहने सूबा सरहंद सानू इस गल दा नहीं पता कि साडे जान तो बाद जिन्नी उच्ची इल्ला उड़दियां साडियां मास दीआं बोटियां भी उड्डणगियां, पर एक गल दा तेरे नाल वादा करके जांदे हां कि जिन्नी उच्ची ए इल्ला उड़दियां ने इन्नी उच्ची इस अस्थान ते कदे निशान साहब झुलणगे। बोले अज वो सच्चाई है, जिन्हां ने जुल्म किया उन्हां दा नामो निशान नहीं, ते फतेहगढ़ साहब की धरती ते आसमान नूं छूंदे वड्डे वड्डे निशान साहब झूलदे है। बच्चियां दी साह रगा वड्डियां जांदियां जी। इतिहास दे वर्के पढ़ के देखियो संगत जी कि बाबा फतेह सिंह जदी शहीदी दा जाम पींदे आ, पर बाबा जोरावर सिंह जी कई समा कई मिनट अपने चरण मारते रहे ते बाबा जी इत्थे कई समय चरण मारन तो बाद अंदरों प्राण उड़ जाते हैं जी। अज दे दिन 13 पौ दे दिन दोने भरा शहीदी का जाम पी जाते हैं। भुलियो ना संगत जी इन्हां दे खून नूं, डुले हुए खून नूं जरूर जाके सिजदा करो, जरूर जाके बच्चियां नाल गल्लां करो कि इन्हां ने जे कुर्बानी दिती है। जिवें कोई गल आखदा हुंदा कि जे आनंदपुरी ना उजड़दी ते साडे घर नहीं वसणे सीगे जी। जे धन गुरु कलगीधर पातशाह अपने ना तोड़दा तो साडी गोद विच नहीं होने सी। इस करके अपणिआं नूं गुरबानी नाल जोड़िए, बाणे नाल जोड़िए। तो बाद अगला जिहड़ा इतिहास है मोती राम मेहरे दा, टोडर मल दा, वो भाई साहब आप जी नाल कल नूं साझा करनगे। ते किद्दां इन्हां दे संस्कार हुंदे ने पवित्र देहां दे, किद्दां फिर पिछां जाके लाशां नूं रखिया जांदा, किद्दां माता गुजरी जी नाल हुंदा आ। कल दे इतिहास विच आप संगत सरवण करियो। आओ अखीर दीआं पंक्तियां पढ़ के आपां समाप्ति करदे आ जी। सतगुरु जी आखदे ने कि भाई संतो सुख होआ सब थाई, पार ब्रह्म पूर्ण परमेश्वर रब रिया सबनी जाई। सतगुर ने अज दे जिहड़े सानू शब्द वरत्या सीगा, बख्शिया सीगा जी, सोठ मेला पंजवां वाला। सतगुर आखदे ने सब जी तेरे दयाला, अपने भगत घरे प्रतिपाला,
ਅਚਰਜ ਤੇਰੀ ਵਡਿਆਈ। ਸਤਿਗੁਰ ਤੇਰੇ ਕੌਤਕ ਬੇਅੰਤ ਨੇ, ਅਨੰਤ ਨੇ। ਨਿਤ ਨਾਨਕ ਨਾਮ ਧਿਆਈ। ਅਕਾਲ ਪੁਰਖ ਵਾਹਿਗੁਰੂ ਨਾਲ ਜੁੜੀਏ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਧਿਆਈਏ। ਆਓ ਗੁਰਮੰਤਰ ਤੇ ਮੂਲ ਮੰਤਰ ਨਾਲ ਜੁੜੀਏ ਜੀ, ਤਾਂ ਕਿ ਸਾਨੂੰ ਮਾਲਕ ਜੀ ਅੰਦਰ ਤੇ ਤਾਕਤਵਰ ਬਣਾਵੇ, ਤਾਂ ਕਿ ਸਾਡਾ ਇਹ ਲੋਕ ਸੁਖੀਏ ਪਰ ਲੋਕ ਸੋਲੇ ਹੋ ਸਕਣ। ਹੋਈਆਂ ਬੇਅੰਤ ਪ੍ਰਕਾਰ ਦੇ ਭੁੱਲਾਂ ਦੀ ਖਿਮਾ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ। ਅਕਾਲ ਮੂਰਤ ਅਜੂਨੀ